ਵਾਰਮ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਜੀ ਹਾਂ, ਹਰ ਵਾਰ ਦੀ ਤਰ੍ਹਾਂ ਤੁਹਾਡੇ ਸਵਾਲਾਂ ਨੂੰ ਵੀ ਸ਼ਾਮਿਲ ਕਰਾਂਗੇ, ਨਾਲ ਦੀ ਨਾਲ ਲੇਟੈਸਟ ਅਪਡੇਟਸ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਆਸਟ੍ਰੇਲੀਆ ਤੋਂ ਸ਼ੁਰੂਆਤ ਕਰਾਂਗੇ ਅੱਜ ਤੇ ਅੱਜ ਦੀ ਗੱਲਬਾਤ ਲਈ, ਅੱਜ ਦੀ ਚਰਚਾ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਸੈਟਲਿੰਗ ਅਬਰੋਡ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਗੌਰਵ ਤਲਵਾਰ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। जी सब तो पहला मैं आस्ट्रेलिया के अपडेट्स बारे ही जानना चाहूंगी। फ्लाइट्स ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਸਟੂਡੈਂਟਸ ਦੇ ਮਨ ਵਿੱਚ ਕਿ ਕਦੋਂ ਉੱਥੇ ਪਹੁੰਚ ਕੇ ਆਪਣੀ ਸਟੱਡੀਜ਼ ਕੰਟੀਨਿਊ ਕਰ ਸਕਣਗੇ। ਬਿਲਕੁਲ, ਆਸਟ੍ਰੇਲੀਆ ਜੋ ਹੈ1 ਦਸੰਬਰ ਤੋਂ ਤੁਸੀਂ ਯੂਨੀਵਰਸਿਟੀ ਵਿੱਚ ਜਿਨ੍ਹਾਂ ਦਾ ਵੀ ਵੀਜ਼ਾ ਆਇਆ ਜੀ ਉਹ ਜਨਵਰੀ ਇਨਟੇਕ ਲਈ ਹੁਣ ਫਲਾਈ ਕਰ ਸਕਦੇ ਆ ਜੀ। ਤਾਂ ਆਸਟ੍ਰੇਲੀਆ 1 ਦਸੰਬਰ ਤੋਂ ਓਪਨ ਹੋਣ ਜਾ ਰਿਹਾ ਹੈ। ਉਹਨੇ ਆਪਣੀ ਸਾਰੀ ਸਰਵਿਸਿਜ਼ ਰਿਜ਼ਿਊਮ ਕਰਤੀਆਂ। ਤੁਹਾਨੂੰ ਆਪਣਾ ਵੈਕਸੀਨ ਸਰਟੀਫਿਕੇਟ, ਉਸ ਤੋਂ ਬਾਅਦ ਆਪਣਾ ਜੋ ਵੀ ਤੁਹਾਡੇ ਡਾਕੂਮੈਂਟਸ ਹੈ, ਤੁਹਾਡਾ ਟਰੈਵਲ ਲੈਟਰ, ਤੁਹਾਡੀ ਲੇਟੈਸਟ ਸੀਓਈ, ਸਭ ਕੁਝ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਤੁਸੀਂ 1 ਦਸੰਬਰ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਟਰੈਵਲ ਕਰ ਪਾਓਗੇ ਜੀ। ਸੋ ਕਾਲਰਸ ਦੀ ਕਾਲਸ ਵੀ ਆਣੀ ਸ਼ੁਰੂ ਹੋ ਚੁੱਕੀਆਂ ਨੇ। ਰਿਸੀਵ ਕਰਦੇ ਹਾਂ ਪਹਿਲੀ ਕਾਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਗੱਲ ਕਰ ਰਹੀ ਹਾਂ ਮੈਂ ਫਿਰੋਜ਼ਪੁਰ ਤੋਂ। ਹਾਂਜੀ ਮਨਪ੍ਰੀਤ ਜੀ, ਕੀ ਸਵਾਲ ਹੈ? ਮੈਮ ਐਕਚੁਅਲੀ ਮੈਂ ਕੰਫਰਮ ਕਰਨਾ ਸੀਗਾ ਕਿ ਕਿਤੇ ਵੀਜ਼ਾ ਵਾਸਤੇ ਪੁੱਛਣਾ ਚਾਹਤੀ ਸੀ ਸਾਊਥ ਕੇ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ ਗ੍ਰੈਜੂਏਸ਼ਨ ਕਰੀ ਹੈ ਜੀ। ਕਿਹੜੇ ਈਅਰ ਵਿੱਚ? ਬੈਂਡ ਆ ਮੈਨੂੰ। ਓਕੇ, ਕਿਹੜੀ ਈਅਰ ਵਿੱਚ ਕੀਤੀ ਹੋਈ ਹੈ ਗ੍ਰੈਜੂਏਸ਼ਨ? 2019। ਓਕੇ ਹਾਂਜੀ ਹਾਂਜੀ। ਤੇ ਮੈਂ ਐਕਚੁਅਲੀ ਮੈਂ ਪੁੱਛਣਾ ਸੀਗਾ ਕਿ ਜੇ ਹੁਣ ਮਤਲਬ ਜਿੱਦਾਂ ਮੈਂ ਸੁਣਿਆ ਸੀਗਾ ਕਿ ਕੈਬ ਓਪਨ ਹੋ ਗਿਆ ਆਸਟ੍ਰੇਲੀਆ ਦੁਬਾਰਾ ਜੀ। ਕਿਉਂਕਿ ਮੈਂ ਸਾਈਡ ਲੌਗਇਨ ਕਰਦੀ ਕੋਈ ਏਦਾਂ ਦਾ ਪ੍ਰੋਬਲਮ ਤਾਂ ਨਹੀਂ ਮੈਨੂੰ ਆਉਂਦੀ ਕਿ ਇੱਥੇ ਜਾ ਕੇ ਪੜ੍ਹਨਾ ਪਊਗਾ ਜਾਂ ਮੇਰੇ ਸਪਾਊਸ ਨੂੰ ਬ੍ਰੈਂਚ ਨੂੰ ਪ੍ਰੋਬਲਮ। अच्छा जी। देखो, ਆਸਟ੍ਰੇਲੀਆ ਜੋ ਹੈ, ਆਸਟ੍ਰੇਲੀਆ ਵਿੱਚ ਸਪਾਊਸ ਵੈਲਕਮ ਹੈ। ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਸਪਾਊਸ ਜੋ ਹੈ ਉਹ ਜਿਹਨੂੰ ਅਸੀਂ ਸਪਾਊਸ ਵੀਜ਼ਾ ਕਹਿੰਦੇ ਆ ਜਾਂ ਓਪਨ ਵਰਕ ਪਰਮਿਟ ਕਹਿੰਦੇ ਆ ਜਾਂ ਡਿਪੈਂਡੈਂਟ ਵੀਜ਼ਾ ਕਹਿੰਦੇ ਆ, ਕਿਸੇ ਵੀ ਇਹਨੂੰ ਨਾਮ ਨਾਲ ਪੁਕਾਰ ਸਕਦੇ ਆ ਜੀ। ਤੁਸੀਂ ਨਾਲ ਜਾ ਸਕਦੇ ਹੋ। ਦੂਜੀ ਚੀਜ਼, ਅਸੀਂ ਖਾਸ ਕਰ ਆਸਟ੍ਰੇਲੀਆ ਦਾ ਅਗਰ ਤੁਸੀਂ ਮੇਰਾ ਪੇਜ ਚੈੱਕ ਕਰੋਗੇ ਤਾਂ ਡੇਲੀ ਵੀਜ਼ਾਸ ਆ ਰਹੇ ਹੈ, ਪਲੱਸ ਸਪਾਊਸ ਕੇਸਿਸ ਵੀ ਆ ਰਹੇ ਹੈ। ਸਪਾਊਸ ਲਈ ਦੋ ਡੈਸਟੀਨੇਸ਼ਨ ਸਭ ਤੋਂ ਵਧੀਆ ਨੇ, ਆਸਟ੍ਰੇਲੀਆ ਐਂਡ ਯੂਕੇ ਜੀ। ਹੁਣ ਯੂਕੇ ਤਾਂ ਜਨਵਰੀ ਇਨਟੇਕ ਇਜ਼ ਆਲਮੋਸਟ ਕਲੋਜ਼, ਉਹਦੇ ਲਈ ਤੁਹਾਨੂੰ ਟਿਲ ਸਪਟੈਂਬਰ ਇਨਟੇਕ ਇਜ਼ ਅਵੇਲੇਬਲ ਜੀ। ਕੈਨੇਡਾ ਵੀ ਮਈ ਇਨਟੇਕ ਕੁਝ ਰਹਿ ਗਿਆ, ਇਸ ਤੋਂ ਬਾਅਦ ਸਪਟੈਂਬਰ ਹੀ ਆਪਸ਼ਨ ਹੈ। ਤਾਂ ਰਾਈਟ ਨਾਓ ਅਗਰ ਤੁਸੀਂ ਟਰੈਵਲ ਬਾਰੇ ਸੋਚ ਰਹੇ ਹੋ, ਸਟੱਡੀ ਬਾਹਰ ਪੜ੍ਹਨ ਬਾਰੇ ਸੋਚ ਰਹੇ ਹੋ, ਤਾਂ ਆਸਟ੍ਰੇਲੀਆ ਇੱਕ ਬਹੁਤ ਅੱਛਾ ਆਪਸ਼ਨ ਨਿਕਲ ਕੇ ਆ ਰਿਹਾ ਹੈ। ਖਾਸ ਕਰ ਅਗਰ ਓਵਰਆਲ 5.5 ਹੈ ਤਾਂ ਫਿਰ ਤੁਹਾਨੂੰ ਕੈਨੇਡਾ ਲੌਜਮੈਂਟ ਲਈ, ਯੂਕੇ ਲੌਜਮੈਂਟ ਲਈ ਬਹੁਤ ਸਾਰੇ ਐਕਸਪਰਟਸ ਮਨਾ ਕਰ ਦਿੰਦੇ ਹਨ। ਈਵਨ ਦੋ ਵੀ 5.5 ਹੈ, ਉਹਨੂੰ ਵੀ ਬਹੁਤ ਸੋਚ ਸਮਝ ਕੇ ਲੌਜਮੈਂਟ ਕਰਨੀ ਪੈਂਦੀ ਹੈ ਜੀ। ਬਟ ਆਸਟ੍ਰੇਲੀਆ ਇੱਕ ਐਸੀ ਡੈਸਟੀਨੇਸ਼ਨ ਹੈ, ਅਗਰ ਤੁਸੀਂ +2 ਓਵਰਆਲ 5.5 ਹੈ ਔਰ 5.5 ਈਚ ਹੈ, ਦੈਨ ਯੂ ਗੈਟ ਵੀਜ਼ਾ। ਅਗਰ ਤੁਸੀਂ ਗ੍ਰੈਜੂਏਟ ਹੋ 6 ਬੈਂਡ ਹੈ, ਦੋ ਵੀ 5.5 ਹੈ, ਦੈਨ ਯੂ ਗੈਟ ਵੀਜ਼ਾ, ਪਲੱਸ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਤਾਂ ਇਹ ਜੋ ਚੀਜ਼ ਹੈ, ਇਹ ਤੁਹਾਡੇ ਲਈ ਇੱਕ ਡ੍ਰੀਮ ਪੁਆਇੰਟ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਕਰਨ ਗੱਲ ਕਰ ਰਹੇ ਹਾਂ ਜੀ, ਦਿੱਲੀ ਤੋਂ। ਹਾਂਜੀ ਕਰਨ ਜੀ, ਕੀ ਸਵਾਲ ਹੈ? ਮੈਡਮ ਮੇਰੀ ਲਾਈਵ ਸ਼ੋਅ ਤੇ ਗੱਲ ਹੋ ਰਹੀ ਹੈ? ਜੀ 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 ਬਿਲकुल ਜੀ। ਆਪਣੀ ਪ੍ਰੋਫਾਈਲ ਦੱਸ ਦਿਓ। ਮੈਡਮ ਮੈਂ +2 ਕਰੀ ਹੈ 2019 ਚ ਕਰੀ ਹੈ ਜੀ। ਓਕੇ। ਤੇ ਨਾਨ ਮੈਡੀਕਲ ਦੇ ਨਾਲ ਮੇਰੀ +2 ਹੋਈ ਹੈ ਤੇ ਮੇਰੇ ਓਵਰਆਲ 6.5 ਨੇ, ਇੱਕ ਮੋਡਿਊਲ ਚ 5 ਰਹੇਗੀ ਮੈਡਮ ਮੇਰੇ। ਓਕੇ, ਕਿੱਥੇ ਲਈ ਅਪਲਾਈ ਕਰਨਾ ਚਾਹੁੰਦੇ ਹੋ? ਮੈਂ ਇੱਕ ਵਾਰ ਕੈਨੇਡਾ ਦਾ ਕਰਿਆ ਸੀਗਾ ਜੀ, ਵੈਂਕੂਵਰ ਸਾਈਡ, ਤੇ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਓਕੇ। ਤੇ ਮੈਂ ਸਭ ਤੋਂ ਇਹ ਪੁੱਛਣਾ ਚਾਹੁੰਦਾ ਜੇ ਆਪਾਂ ਇਸ ਪ੍ਰੋਫਾਈਲ ਤੇ ਯੂਕੇ ਕਰੀਏ ਕਿ ਵੀਜ਼ਾ ਆ ਸਕਦਾ ਹੈ ਜੀ? ਜੀ ਯੂਕੇ ਲਈ ਅਪਲਾਈ ਕਰਨਾ ਚਾਹੁੰਦੇ। ਗੱਲ ਇਦਾਂ ਹੈ ਕਿ ਕੈਨੇਡਾ ਵੀ ਤੁਸੀਂ ਵੀਜ਼ਾ ਦੁਬਾਰਾ ਲੈ ਸਕਦੇ ਹੋ ਜੀ, ਕੋਈ ਪ੍ਰੋਬਲਮ ਨਹੀਂ ਹੈ ਕੈਨੇਡਾ ਵਿੱਚ ਜੀ। ਬਟ ਡੈਫੀਨਿਟਲੀ ਅਗਰ ਤੁਸੀਂ ਪਲਾਨ ਕੀਤਾ ਹੈ ਕਿ ਤੁਸੀਂ ਯੂਕੇ ਜਾਣਾ ਹੈ ਤਾਂ ਯੂਕੇ ਵੀ ਤੁਹਾਨੂੰ ਵੈਲਕਮ ਕਰਦਾ। ਬਟ ਤੁਹਾਨੂੰ ਯੂਕੇ ਲਈ ਬਹੁਤ ਜਲਦੀ ਡਿਸੀਜਨ ਲੈਣਾ ਪਏਗਾ ਔਰ ਅਪਲਾਈ ਕਰਨਾ ਪਏਗਾ ਅਗਰ ਤੁਸੀਂ ਜਨਵਰੀ ਨੂੰ ਪੜਨਾ ਚਾਹੁੰਦੇ ਹੋ ਤਾਂ, ਕਿਉਂਕਿ ਜਨਵਰੀ ਦੀ ਆਪਾਂ ਉਲਟੀ ਗਿਣਤੀ ਕਹਿੰਦੇ ਨਾ, ਕਾਊਂਟਡਾਊਨ ਜਾਂ ਫਾਈਨਲ ਕਾਲ, ਗੇਟ ਕਲੋਜ਼ਡ, ਇਹ ਸਾਰੀ ਅਨਾਉਂਸਮੈਂਟਸ ਹੁਣ ਹੋ ਚੁੱਕੀਆਂ। ਤਾਂ ਇਹ ਫਾਈਨਲ ਕਾਲ ਹੈ ਤੁਹਾਡੇ ਜਨਵਰੀ ਦੇ ਜੋ ਗੇਟਸ ਹੈ, ਇਸ ਤੋਂ ਬਾਅਦ ਕਲੋਜ਼ਡ ਆ। ਤਾਂ ਵਿਦਿਨ 3-4 ਡੇਜ਼ ਅਸੀਂ ਸੈਪਟੈਂਬਰ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਾਂਗੇ ਕਿ ਅਗਰ ਤੁਸੀਂ
ਯੂਕੇ ਸੈਪਟੈਂਬਰ ਦੇ ਵਿੱਚ ਜਾਣਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਇਸ ਤੋਂ ਪਹਿਲੇ ਜਾਂ ਤੁਸੀਂ ਫਾਊਂਡੇਸ਼ਨ ਲਈ ਜੋ ਹੈ ਉਹ ਪਹਿਲੇ ਜਾ ਸਕਦੇ ਹੋ। ਬਹੁਤ ਸਾਰੇ ਬੱਚੇ जो IELTS अप टू मार्क नहीं कर पाते वो फिर यूके पहले फाउंडेशन लेंदे देन यूनिवर्सिटी प्रोग्राम में जाने जी ਤਾਂ ਇਹ ਦੋ ਆਪਸ਼ਨਸ ਤੁਹਾਡੇ ਕੋਲ ਨਿਕਲ ਕੇ ਸਾਹਮਣੇ ਆ ਰਹੀਆਂ। ਤੀਜੀ ਚੀਜ਼ ਬਹੁਤ ਸਾਰੇ ਬੱਚੇ ਅਗਰ ਦੇਖਣਗੇ ਤਾਂ ਅੱਜ ਟੈਸਟੀਮੋਨੀਅਲਸ ਚਲਾਵਾਂਗੇ ਜਿਹਦੇ ਵਿੱਚ ਉਹਨਾਂ ਨੂੰ ਇੱਕ ਅਸੀਂ ਫੈਮਿਲੀ ਨਾਲ ਮਿਲਾਵਾਂਗੇ ਜੋ ਸਾਈਪ੍ਰਸ ਗਈ ਸੀ 18 ਵਿੱਚੋਂ ਸਾਈਪ੍ਰਸ ਤੋਂ ਮੁੜ ਕੇ ਵਾਪਸ ਆ ਗਈ, ਉਹਨੂੰ ਦਾ ਯੂਕੇ ਦਾ ਵੀਜ਼ਾ ਲੱਗਿਆ ਜੀ। ਇੱਕ ਬੱਚਾ ਮਿਲਾਵਾਂਗੇ ਤੁਹਾਨੂੰ ਹਿਮਾਚਲ ਤੋਂ ਸੀ 2014 ਗ੍ਰੈਜੂਏਸ਼ਨ ਕੀਤੀ ਸੀ ਜੀ 14 ਤੋਂ ਅੱਜ ਤੱਕ ਦਾ ਗੈਪ ਸੀ ਓਕੇ ਲੋਕਲ ਕਿੱਥੇ ਜੌਬ ਕਰ ਰਿਹਾ ਸੀ। ਹੁਣ ਉਹਨੂੰ ਬਹੁਤ ਸਾਰੇ ਕੰਸਲਟੈਂਟਸ ਨੇ ਮਨਾ ਕੀਤਾ ਕਿ ਤੈਨੂੰ ਪਬਲਿਕ ਕਾਲਜ ਨਹੀਂ ਮਿਲੇਗਾ ਬਿਕੋਜ਼ ਬਹੁਤ ਵੱਡਾ ਗੈਪ ਹੈ, ਉਹ ਪ੍ਰਾਈਵੇਟ ਮਿਲੇਗਾ ਜੀ। ਤਾਂ ਅਸੀਂ ਉਹਨੂੰ ਪਬਲਿਕ ਕਾਲਜ ਦਵਾਇਆ ਔਰ ਅੱਜ ਉਹਦਾ ਵੀਜ਼ਾ ਉਹਦੇ ਹੱਥ ਵਿੱਚ ਸੀ। ਇਹ ਜੋ ਆਉਣ ਵਾਲਾ ਕੁਝ ਮਿੰਟਾਂ ਵਿੱਚ ਅਸੀਂ ਤੁਹਾਡੇ ਨਾਲ ਟੈਸਟੀਮੋਨੀਅਲ ਸਾਂਝੀ ਕਰਾਂਗੇ ਜੀ ਜੀ। ਤਾਂ ਉਹਦੇ ਇਹ ਸਟੋਰੀਜ਼ ਇਹ ਦੱਸਦੀਆਂ ਹੈ कि नथिंग इज इम्पॉसिबल बट द थिंग इज दिस कि बहुत सारे जो लोग इमिग्रेशन का काम करते हैं दे डोंट हैव द राइट टाई अप्स। बिल्कुल बिल्कुल क्योंकि जो रिनाउंड यूनिवर्सिटीज ने रिनाउंड कॉलेजेस ने गवर्नमेंट कॉलेजेस है वो हर एक नाल टाई अप नहीं करते जी। वो पहले थोड़ा एक्सपीरियंस देखते ਤੁਸੀਂ ਪਹਿਲੇ ਅੱਜ ਤੋਂ ਪਹਿਲੇ ਕਿੰਨੇ ਕਾਲजेस ਵਿੱਚ ਬੱਚੇ ਕਿਉਂਕਿ ਦੇਖੋ ਹੁਣ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਨਾ ਹੈ ਤਾਂ कोई भी बंदा थोड़ी क्वालिफिकेशन नहीं चेक करता, थोड़ा एक्सपीरियंस चेक नहीं करता, कोई भी लाइसेंस अथॉरिटी थोड़ा एक्सपीरियंस चेक नहीं करती। परंतु जब ਤੁਸੀਂ ਕਾਲजेस ਦਿੰਦੇ ਹੋ ਕਿਸੇ ਬੱਚੇ ਨੂੰ ਉੱਥੇ ਤੁਹਾਨੂੰ ਪਤਾ ਚੱਲਦਾ ਜਦੋਂ ਤੁਸੀਂ ਆਪਸ਼ਨਸ ਲੈਣੇ ਹੋ ਅਸੀਂ ਕਿੰਨੀ ਆਪਸ਼ਨਸ ਦਿੰਦੇ ਆ ਉਹਦੇ ਨਾਲ ਸਾਡਾ ਐਕਸਪੀਰੀਅੰਸ ਕਿਉਂਕਿ ਜਿੰਨੇ ਵੱਡੇ ਨਾਮ ਅਸੀਂ ਤੁਹਾਡੇ ਸਾਹਮਣੇ ਲੈਣੇ ਆ ਜਿੰਨੇ ਵੱਡੇ ਨਾਮ ਅਸੀਂ ਤੁਹਾਨੂੰ ਦੱਸਦੇ ਆ ਉਹ ਸਾਰੇ ਵੱਡੇ ਨਾਮ ਉਹ ਸਾਰੀ ਵੱਡੇ ਕਾਲजेस ਵਿਦਆਊਟ ਐਨ ਐਕਸਪੀਰੀਅੰਸ ਔਰ ਕੰਸਲਟੈਂਟ ਕਿਉਂਕਿ ਜਦੋਂ ਅਸੀਂ ਇੱਕ ਰਿਨਾਊਂਡ ਕਾਲਜ ਨੂੰ ਮੇਲ ਪਾਉਂਦੇ ਕਿ ਸਾਨੂੰ ਬੱਚੇ ਭੇਜਣੇ ਆ ਤਾਂ ਉਹ ਸਾਡੇ ਤੋਂ ਪਹਿਲੇ ਇਹ ਲੈਂਦਾ ਕਿ ਤੁਸੀਂ ਅੱਜ ਤੱਕ ਕਿੰਨੇ ਬੱਚੇ ਭੇਜਦੇ ਕਿਹੜੇ ਕਿਹੜੇ ਕਾਲਜ ਭੇਜਦੇ ਜੀ 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 ਬਿਲਕੁਲ। ਸੋ ਕਾਲਜ ਵੀ ਲਗਾਤਾਰ ਸਾਡੇ ਨਾਲ ਲਾਈਨ ਤੇ ਬਣ ਰਹੇ ਨੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਮਨੀਸ਼ ਗੱਲ ਕਰ ਰਿਹਾ ਚੰਡੀਗੜ੍ਹ ਤੋਂ। ਹਾਂਜੀ ਮਨੀਸ਼ ਜੀ ਕੀ ਸਵਾਲ ਹੈ? ਮੈਡਮ ਮੇਰੀ ਨਾ ਓਵਰਆਲ 6 ਹੈ ਕਿ 6 ਇੱਕ ਤੋਂ 5.5 ਆਏ ਆ ਗ੍ਰੈਜੂਏਸ਼ਨ ਤੋਂ ਬਾਅਦ ਓਕੇ ਤੇ ਮੈਂ ਨਾ ਪਹਿਲੇ ਸੱਚੀ ਗਈ ਸੀ ਤੇ ਮੈਂ ਇੱਕ ਵਾਰ ਨਾ ਮੇਰੀ ਰਿਫਿਊਜ਼ ਕਰ ਦਿੱਤਾ ਉਹਨਾਂ ਨੇ ਇਸ ਸਾਲ ਦੇ ਵਿੱਚ। ਅੱਛਾ ਜੀ ਸਤੰਬਰ ਦੀ ਡੇਟ ਸੀ ਜੀ ਜੀ ਮੈਂ ਕਾਫੀ ਦੇਰ ਤੋਂ ਨਾ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਫੋਲੋ ਕਰ ਰਿਹਾ ਜੀ ਤੇ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਲੱਸ ਪੁੱਛਣਾ ਚਾਹੁੰਦਾ ਸੀ ਕਿ ਜੇ 105 ਆ ਮੈਂ ਡਾਕਟਰ ਕੋਲ ਸੀ ਰਿਫਿਊਜ਼ ਹੋ ਗਏ ਸੀ ਓਕੇ ਉਹ ਕਿਹਾ ਇੰਗਲਿਸ਼ ਰਿਪੀਟ ਕਰਨੀ ਚਾਹੀਦੀ ਹੈ ਨਹੀਂ ਕਿਉਂ ਕਰਨੀ ਚਾਹੀਦੀ ਕਿ ਮੈਂ ਬਹੁਤ ਜ਼ਿਆਦਾ ਐਫਰਟ ਕਰ ਵੀ ਲਈ ਜਾਂ ਫਿਰ ਅੱਛਾ ਰਹਿ ਜਾਂਦੇ ਆ ਜੀ ਜੀ। ਇਹ ਸਵਾਲ ਕਈ ਸਟੂਡੈਂਟਸ ਦਾ ਵਾਕਈ ਰਹਿੰਦਾ ਹੈ ਜੀ ਕਿਉਂਕਿ ਨਾ ਬਹੁਤ ਸਾਰੀ ਪ੍ਰੋਫਾਈਲਸ ਹੈ ਜੋ ਇੱਕ ਵਿੱਚ 5.5 ਆ ਤੇ ਜੇ ਤੁਹਾਡਾ ਇੱਕ ਵਿੱਚ 5.5 ਰਹਿ ਗਿਆ ਤਾਂ ਅਗਰ ਤੁਸੀਂ 2-3 ਵਾਰ ਆਇਲਸ ਕਰ ਰਹੀ ਹੈ ਫਿਰ ਆਇਲਸ ਨਹੀਂ ਰੀ ਅਟੈਂਪਟ ਕਰਨ ਦਾ ਫਾਇਦਾ ਕਿਉਂਕਿ ਅਗਲੀ ਵਾਰ ਵੀ ਤੁਹਾਡੇ 5.5 ਹੀ ਰਹਿਣੇ ਆ। ਤੁਹਾਨੂੰ ਇਹ ਜ਼ਰੂਰਤ ਹੈ ਕਿ ਅਸੀਂ ਥੋੜਾ ਜੋ ਐਜੂਕੇਸ਼ਨ ਪ੍ਰੋਵਾਈਡਰ ਹੈ ਲੈਟਸ ਸਪੋਜ਼ ਤੁਸੀਂ ਡਿਪਲੋਮਾ ਤੇ 2 ਵਾਰ ਰਿਫਿਊਜ਼ ਹੋ ਗਏ ਹੋ ਤਾਂ ਡਿਗਰੀ ਲਈ ਅਪਲਾਈ ਕਰਨਾ ਚਾਹੀਦਾ ਜੀ ਜੀ। ਫਿਰ ਤੁਹਾਡੀ ਇਨਕਮ ਤੁਹਾਡੀ ਜੋ ਅਪਲਾਈ ਦਾ ਤਰੀਕਾ SOP ਇਹ ਸਾਰੀ ਚੀਜ਼ਾਂ ਮਾਇਨੇ ਰੱਖਦੀਆਂ। ਦੂਜੀ ਚੀਜ਼ ਹਮੇਸ਼ਾ ਜਦੋਂ ਮੈਂ ਕਿਸੇ ਬੱਚੇ ਨੂੰ ਕਾਉਂਸਲ ਕਰਦਾ ਤਾਂ ਮੈਂ ਉਸ ਬੱਚੇ ਨੂੰ ਪ੍ਰੋਵਿੰਸ ਅਕੋਰਡਿੰਗ ਟੂ देयर ਜੌਬ ਅਕੋਰਡਿੰਗ ਟੂ देयर ਪ੍ਰੋਫਾਈਲ ਅਕੋਰਡਿੰਗ ਟੂ देयर ਵੈਦਰ ਬਹੁਤ ਸਮਝਾਉਂਦੇ ਆ। ਲੈਟ ਸਪੋਜ਼ ਤੁਸੀਂ ਵੈਂਕੂਵਰ ਜਾਣਾ ਹੈ ਤਾਂ ਤੁਹਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਪਏਗਾ ਕਿ ਉੱਥੇ ਮੰਨ ਲਓ 4 ਮਹੀਨੇ ਵਿੱਚ 2 ਮਹੀਨੇ 2.5 ਮਹੀਨੇ ਰੇਨੀ ਸੀਜ਼ਨ ਰਹਿਣੇ ਜੀ ਜੀ ਜੀ। ਫਿਰ ਅਗਰ ਤੁਸੀਂ ਟੋਰਾਂਟੋ ਜਾਣਾ ਹੈ ਤਾਂ 2 ਮਹੀਨੇ ਸਨੋ ਪੈਣੀ ਹੈ ਤਾਂ ਤੁਹਾਨੂੰ ਕਿਹੜਾ ਵੈਦਰ ਸੂਟ ਕਰਦਾ ਤੁਹਾਡਾ ਕੰਮ ਕਿਹੋ ਜਿਹਾ ਜੀ 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 ਉਹ ਕੰਮ ਵੈਦਰ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਾਉਂਦਾ ਇਹ ਵੀ ਚੀਜ਼ ਦੇਖਣ ਵਾਲੀ ਹੈ। ਤਾਂ ਹਮੇਸ਼ਾ ਤੁਹਾਡਾ ਕਾਲਜ ਡਾਊਨਟਾਊਨ ਤੋਂ ਕਿੰਨਾ ਦੂਰ ਹੈ। ਹੁਣ ਇੱਕ ਹੀ ਕਾਲਜ ਦੇ 3 ਕੈਂਪਸ ਜੀ ਤੁਸੀਂ ਕਾਲਜ ਦਾ ਨਾਮ ਸੁਣ ਕੇ ਐਡਮਿਸ਼ਨ ਲੈ ਲੈਂਦੇ ਹੋ ਕੈਂਪਸ ਨਹੀਂ ਕੇਵਲ ਦੇਖਦੇ ਬਿਲਕੁਲ ਬਟ ਉਹ ਕੈਂਪਸ ਟੋਰਾਂਟੋ ਤੋਂ ਕਈ ਕੈਂਪਸ 200-300 ਕਿਲੋਮੀਟਰ ਵੀ ਦੂਰ ਨੇ। ਤੁਸੀਂ ਤਾਂ ਇਹ ਦੇਖਦੇ ਹੋ ਕਿ ਯੈਸ ਸੈਂਟ ਕਲੇਅਰ ਮਤਲਬ ਉਹਦੇ 3 ਕੈਂਪਸ ਨਹੀਂ ਕੈਂਪਸ 300 ਕਿਲੋਮੀਟਰ ਦੂਰ ਵੀ ਹੈ ਉਹ ਵੀ ਟੋਰਾਂਟੋ ਇੱਕ ਹੀ ਨਾਮ ਸੁਣ ਕੇ ਉਧਰ ਚਲ ਜਾਂਦੇ ਬਿਲਕੁਲ। ਤਾਂ ਇਸ ਲਈ ਕਿਹੜਾ ਕੈਂਪਸ ਹੈ ਉਸ ਕੈਂਪਸ ਦੇ ਵਿੱਚ ਤੁਹਾਡੀ ਅਡੈਪਟੇਬਿਲਿਟੀ ਕਿੰਨੀ ਸਟਰੋਂਗ ਹੈ ਸਾਡੀ ਕਮਿਊਨਿਟੀ ਦੀ ਅਡੈਪਟੇਬਿਲਿਟੀ ਕਿੰਨੀ ਜ਼ਿਆਦਾ ਹੈ। ਫਿਰ ਬਿਕੋਜ਼ ਤੁਸੀਂ ਇੱਥੋਂ ਜਾਂਦੇ ਹੋ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਤੁਹਾਨੂੰ ਕੁਝ ਪਤਾ ਨਹੀਂ ਹੈ ਫਿਰ ਜਾਂਦੇ ਹੀ ਇੱਕ ਰॉ
ਬੱਚੇ ਨੂੰ ਕੰਮ ਕਿੰਨੀ ਜਲਦੀ ਮਿਲਦਾ ਜੀ 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 ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ। ਮੈਂ ਇੱਕ ਸਵਾਲ ਕਰਨਾ ਚਾਹੁੰਦੀ ਸੀ। ਸਾਡੇ ਕੋਲ ਬਹੁਤ ਸਟੂਡੈਂਟਸ ਦਾ ਸਵਾਲ ਆਉਂਦਾ ਕਿ ਅਸੀਂ ਆਸਟ੍ਰੇਲੀਆ ਚਲੇ ਜਾਂਦੇ ਹਾਂ ਸਟੱਡੀ ਵੀਜ਼ਾ ਤੇ, ਲੇਕਿਨ ਬਾਅਦ ਚ ਪੀਆਰ ਨੂੰ ਲੈ ਕੇ ਕੁਝ ਪ੍ਰੋਬਲਮਸ ਸਟੂਡੈਂਟਸ ਦਾ ਕਹਿਣਾ ਕਿ ਉੱਥੇ ਫੇਸ ਕਰਨੀਆਂ ਪੈਂਦੀਆਂ। ਬਿਲਕੁਲ, ਉਹ ਪ੍ਰੋਬਲਮ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਆਸਟ੍ਰੇਲੀਆ ਚਲ ਜਾਂਦੇ ਹਾਂ ਉਦੋਂ ਜਾ ਕੇ ਜੋ ਸਾਡੇ ਫਰੈਂਡਸ ਹੈ ਜਾਂ ਬਹੁਤ ਸਾਰੇ ਟਾਰਗੇਟਡ ਲੋਕ ਸਾਨੂੰ ਮਿਲਦੇ ਜੋ ਸਾਨੂੰ ਸਾਡੀ ਯੂਨੀਵਰਸਿਟੀ ਔਰ ਕਾਲਜ ਚੇਂਜ ਕਰਾਉਣਗੇ। ਕਹਿੰਦੇ ਜੀ ਜੀ ਕਿ ਹੁਣ ਤੁਸੀਂ ਔਨ ਸ਼ੋਰ ਹੋ ਗਏ, ਹੁਣ ਤੁਸੀਂ ਯੂਨੀਵਰਸਿਟੀ ਛੱਡ ਕੇ ਫਲਾਣਾ ਪ੍ਰਾਈਵੇਟ ਕਾਲਜ ਪੜ੍ਹ ਲਓ, ਫਲਾਣੀ ਜਗ੍ਹਾ ਪੜ੍ਹ ਲਓ, ਫਿਰ ਤੁਸੀਂ ਆਪ ਦੀ ਸਟੱਡੀ ਕੋਰਸ ਮਿਸਗਾਈਡ ਹੋ ਜਾਂਦੇ ਨੇ ਔਰ ਉਹਦੇ ਨਾਲ ਮਿਸਮੈਚ ਕਰ ਦਿੰਦੇ। ਬਿਲਕੁਲ ਬਿਲਕੁਲ। ਫਿਰ ਤੁਸੀਂ ਜੋ ਪੀਆਰ ਦੀ ਸ਼ਰਤ ਹੈ ਉਹਨੂੰ ਪੂਰਾ ਨਹੀਂ ਕਰ ਪਾਉਂਦੇ, ਫਿਰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਤੁਸੀਂ ਬ੍ਰਿਜਿੰਗ ਤੇ ਜਾਂਦੇ ਹੋ, MRT ਅਪਲਾਈ ਕਰਦੇ ਹੋ, ਪਰ ਆਖਿਰ ਤੁਹਾਨੂੰ ਵਾਪਸ ਆਣਾ ਪੈਂਦਾ ਜੀ। ਹੈਲੋ हाँ जी, सत श्री अकाल जी, की नाम है, किहड़ी जगह तो बोल रहे हो? सत श्री अकाल जी, मैं मुक्तसर ਤੋਂ ਗੁਰਵਿੰਦਰ ਬੋਲ ਰਿਹਾ ਜੀ। हाँ जी गुरविंदर जी, की सवाल है? ਮੈਂ ਮੇਰਾ ਨਾ ਇੱਕ ਸਵਾਲ ਸੀ ਜੀ। ਮੈਂ ਕੈਨੇਡਾ ਦੀ ਫਾਈਲ ਲਈ ਸੀਗੀ, ਸਾਡੇ ਚ ਬੈਂਡ ਸੀਗਾ ਨੋਟ ਲੈਸ ਦੈਨ 6 ਜੀ। ओके, ਮੇਰੀ ਨਾ ਫਾਈਲ ਰਿਫਿਊਜ਼ ਕਰਤੀ। अच्छा जी। ਮੈਂ ਚੀਜ਼ ਪੁੱਛ ਰਹੀ ਸੀ ਕਿ ਏਜੰਟ ਨੇ ਨਾ ਮੇਰੀ ਜੀਆਈਸੀ ਨਹੀਂ ਕਰਵਾਈ ਸੀਗੀ ਤੇ ਫੰਡ ਸ਼ੋ ਕਰਵਾਏ ਸੀ जी। ਮੇਨ ਰੀਜ਼ਨ ਕੀ ਹੋ ਸਕਦਾ ਸੀ? ਰੀਜ਼ਨ ਤਾਂ ਤੁਸੀਂ ਆਪ ਹੀ ਦੱਸਤਾ। ਹੁਣ ਕੋਈ ਅੱਜ ਦੇ ਸਮੇਂ ਵੀ ਇਹ ਕਹਿ ਸਕਦਾ ਹੈ ਕਿ ਜੀਏਸੀ ਨਹੀਂ ਕਰਾਉਂ ਤਾਂ ਮੈਂ ਬਹੁਤ ਸਰਪ੍ਰਾਈਜ਼ ਹਾਂ ਇਨ ਚੀਜ਼ਾਂ ਨੂੰ ਲੈ ਕੇ, ਕਿਉਂਕਿ ਕੁਝ ਚੀਜ਼ਾਂ ਤਾਂ ਮੈਂਡੇਟਰੀ ਨੇ ਕਿ ਤੁਸੀਂ ਕੀ ਕਰਾਉਣਾ ਹੈ। ਜੀਆਈਸੀ ਕਰਾਉਣੀ ਹੈ, ਫੀਸ ਪੇ ਕਰਨੀ ਹੈ, ਅਗਰ ਤੁਸੀਂ ਸਾਲ ਦੀ ਫੀਸ ਨਹੀਂ ਪੇ ਕੀਤੀ ਤਾਂ ਫੰਡਸ ਦਿਖਾਣੇ ਹੈ, ਉਸ ਤੋਂ ਇਲਾਵਾ ਟਰੈਵਲ ਐਕਸਪੈਂਸ ਦਿਖਾਣਾ ਹੈ, ਐਸਓਪੀ ਕੀ ਹੈ ਤੁਹਾਡੀ ਸਟੱਡੀ ਕੋਰਸ ਔਰ ਜੋ ਕੋਰਸ ਤੁਸੀਂ ਸਿਲੈਕਟ ਕੀਤਾ ਉਹਦੇ ਵਿੱਚ ਰੈਲੇਵੈਂਸੀ ਕਿਵੇਂ ਕ੍ਰੀਏਟ ਕਰੋਗੇ ਜਾਂ ਰੈਲੇਵੈਂਸੀ ਕਿੰਨੀ ਹੈ, ਕ੍ਰੈਡਿਟਸ ਕਿਸ ਤਰ੍ਹਾਂ ਮੈਚ ਕਰਦੇ ਆ। ਤਾਂ ਬਹੁਤ ਸਾਰੀ ਚੀਜ਼ਾਂ ਨੇ ਜੋ ਇੱਕ ਸਟੱਡੀ ਵੀਜ਼ਾ ਵਿੱਚ, ਹਾਲਾਂਕਿ ਪ੍ਰੋਸੈਸ ਬੜਾ ਸਿੰਪਲ ਹੈ, 4 ਹੀ ਸਟੈਪ ਨੇ ਕਿ ਤੁਹਾਡਾ ਆਫਰ ਆਏਗਾ, ਤੁਸੀਂ ਫੀਸ ਪੇ ਕਰਨੀ ਹੈ, LOA ਆ ਜਾਏਗਾ, ਦੈਨ ਯੂ ਐਮਬੈਸੀ ਫੀਸ ਪਾ ਕੇ ਰਿਜ਼ਲਟ ਆ ਜਾਏਗਾ, ਤੇ ਚੌਥੇ ਸਟੈਪ ਤੇ ਯੂ ਗੈਟ ਰਿਜ਼ਲਟ, ਯੂ ਗੈਟ ਵੀਜ਼ਾ। ਤਾਂ ਇਹਦੇ ਵਿੱਚ ਇਹ ਦੇਖਣਾ ਪੈਂਦਾ ਹੈ ਕਿ ਵੀਜ਼ਾ ਤੱਕ ਦਾ ਸਫ਼ਰ ਕਿਹਾ ਤਾਂ ਬਹੁਤ ਜਲਦੀ ਆਸਾਨ ਜਾਂਦਾ ਹੈ, ਬਹੁਤ ਆਸਾਨ ਪੇਪਰ ਤੇ ਲਿਖਿਆ ਜਾਂਦਾ ਹੈ, ਪਰ ਜਦੋਂ ਅਸੀਂ ਉਧਰ ਨੂੰ ਚੱਲਦੇ ਹਾਂ ਔਰ ਉੱਥੋਂ ਤੱਕ ਪਹੁੰਚਦੇ ਹਾਂ ਤਾਂ ਬਹੁਤ ਸਾਰੇ ਖੱਟੇ ਮਿੱਠੇ ਐਕਸਪੀਰੀਅੰਸ ਸਾਡੇ ਨਾਲ ਜੁੜਦੇ ਆ। ਬਿਲਕੁਲ। ਫਿਰ ਉੱਥੇ ਪਹੁੰਚ ਕੇ ਵੀ ਇਹੀ ਸਿਸਟਮ ਹੈ, ਜਦੋਂ ਤੁਸੀਂ ਪਹੁੰਚਦੇ ਹੋ ਉਦੋਂ ਤੁਹਾਡੀ ਐਕਚੁਅਲ ਲਾਈਫ ਸਟਾਰਟ ਹੁੰਦੀ ਹੈ, ਤੁਸੀਂ ਸਟੱਡੀ ਵੀ ਕਰਨੀ ਹੈ, ਤੁਸੀਂ ਕੰਮ ਵੀ ਕਰਨਾ ਹੈ, ਤੁਸੀਂ ਆਪ ਦਾ ਘਰ ਵੀ ਸਾਰਾ ਸੈਟਅਪ ਕਰਨਾ ਹੈ, ਸਾਰੀ ਰਿਸਪੌਂਸਿਬਿਲਿਟੀਜ਼ ਤੁਹਾਡੇ ਉੱਤੇ ਹੀ ਆ ਜਾਂਦੀਆਂ। ਬਿਲਕੁਲ। ਤਾਂ ਉਹ ਜੋ ਸਟੱਡੀ ਦੇ 2 ਸਾਲ ਨੇ ਜਾਂ ਤੁਸੀਂ ਡਿਗਰੀ ਕਰਦੇ ਹੋ 4 ਸਾਲ ਜਾਂ ਐਸੋਸੀਏਟ ਕਰਦੇ ਹੋ, ਤਾਂ ਉਹ ਸਾਲ ਤੁਹਾਡੀ ਜ਼ਿੰਦਗੀ ਦੀ ਟਰਨਿੰਗ ਪੁਆਇੰਟ ਹੁੰਦਾ, ਕਿਉਂਕਿ ਜੋ ਉਸ ਸਮੇਂ ਨੂੰ ਸਹੀ ਤਰੀਕੇ ਨਾਲ ਸਹੀ ਡਿਸੀਜਨ ਲੈ ਕੇ ਅੱਗੇ ਚੱਲਦਾ ਹੈ, ਉਸ ਸਮੇਂ ਨਾਲ ਥੋੜਾ ਜਿਹਾ ਤੰਗ ਹੋ ਕੇ ਸਹੀ ਕੰਮ ਵੱਲ ਜਾਂਦਾ ਹੈ, ਉਹਨੂੰ ਬਹੁਤ ਜ਼ਿਆਦਾ ਸਕਸੈਸ ਮਿਲਦੀ ਹੈ, ਉਹ ਕਾਮਯਾਬ ਹੋ ਜਾਂਦਾ। ਬਿਲਕੁਲ। ਤੇ ਮੈਂ ਇੱਥੇ ਇਹ ਚੀਜ਼ ਪੁੱਛਣਾ ਚਾਹੂੰਗੀ ਫੰਡਸ ਨੂੰ ਲੈ ਕੇ। ਐਕਚੁਅਲੀ ਆਸਟ੍ਰੇਲੀਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਸਵਾਲ ਇਹ ਵੀ ਆਉਂਦਾ ਕਿ ਲੈਵਲ 1 ਯੂਨੀਵਰਸਿਟੀਜ਼ ਹੈ ਜਾਂ ਅਦਰ ਯੂਨੀਵਰਸਿਟੀਜ਼ ਹੈ, ਤਾਂ ਫੰਡ ਜੋ ਸੇਮ ਹੀ ਰਹਿੰਦੇ ਸ਼ੋ ਕਰਨ ਲਈ ਜਾਂ ਫਿਰ ਅਲੱਗ-ਅਲੱਗ? ਦੇਖੋ, ਆਸਟ੍ਰੇਲੀਆ ਦਾ ਬਹੁਤ ਸਿੰਪਲ ਫੰਡ ਹੈ ਵੀਜ਼ਾ ਲੈਣ ਦਾ। ਨੰਬਰ 4 ਕਿ ਲੈਵਲ 2 ਵਿੱਚ ਅਸੀਂ ਹਾਂ ਔਰ ਸੌਰੀ ਲੈਵਲ 3 ਵਿੱਚ ਇਸ ਸਮੇਂ ਅਸੀਂ ਹੈਗੇ ਹਾਂ, ਔਰ ਲੈਵਲ 1 ਦੀ ਸਾਨੂੰ ਯੂਨੀਵਰਸਿਟੀ ਜਾਂ ਕਾਲਜ ਚਾਹੀਦਾ। ਅਗਰ 3+1 ਹੋਏਗਾ ਸਾਡਾ ਵੀਜ਼ਾ ਆ ਜਾਏਗਾ, ਜੇ 3+2 5 ਹੋ ਜਾਏਗਾ, ਫਿਰ ਵੀਜ਼ਾ ਸਕਸੈਸ ਰੇਟ ਡਿੱਗ ਜੂਗਾ। ਤਾਂ ਇਸ ਲਈ ਹਮੇਸ਼ਾ ਅਸੀਂ ਲੈਵਲ 1 ਦੇ ਵਿੱਚ ਜਾਂਦੇ ਹਾਂ, ਟੌਪ 8 ਯੂਨੀਵਰਸਿਟੀਜ਼ ਵੀ ਨੇ। ਫਿਰ ਗੱਲ ਆਸਟ੍ਰੇਲੀਆ ਵਿੱਚ ਫਿਰ ਇੱਥੇ ਹੀ ਆ ਜਾਂਦੀ ਹੈ ਕਿ ਆਸਟ੍ਰੇਲੀਆ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕੋਲੋਂ ਅਪਲਾਈ ਕੀਤਾ, ਉਹਦੇ ਕੋਲ ਕਿੰਨੀ ਜ਼ਿਆਦਾ ਡਾਇਰੈਕਟ ਟਾਈਅਰਸ ਨੇ। ਅਸੀਂ ਇੱਕ ਮੈਂਡੇਟ ਤੇ ਚੱਲਦੇ ਹਾਂ, ਅਸੀਂ ਚਾਹੇ ਤੁਸੀਂ ਕੈਨੇਡਾ ਲਈ ਅਪਲਾਈ ਕਰੋ, ਆਸਟ੍ਰੇਲੀਆ ਲਈ ਅਪਲਾਈ ਕਰੋ, US ਲਈ ਅਪਲਾਈ ਕਰੋ, ਤਾਂ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਫਸਟ ਐਂਡ ਬਿਫੋਰ ਵੀਜ਼ਾ ਨਹੀਂ ਹੈ ਜੀ। ਕਿਸੇ ਵੀ ਤਰ੍ਹਾਂ ਦੇ ਕੋਈ ਹਿਡਨ ਚਾਰजेस ਬਿਫੋਰ ਔਰ ਆਫਟਰ ਵੀਜ਼ਾ ਨਹੀਂ ਹੈ ਜੀ। ਅਸੀਂ ਸਟੂਡੈਂਟ ਤੋਂ ਕਿਸੇ ਵੀ ਤਰ੍ਹਾਂ ਦੇ ਚਾਰजेस ਜੋ ਹੈ ਉਹ ਕਲੇਮ ਨਹੀਂ ਕਰਦੇ। ਸਟੂਡੈਂਟ ਸਾਡੇ ਕੋਲ ਅਪਲਾਈ ਕਰੇ, ਕਿਉਂਕਿ ਅਗਰ ਉਹ ਰਿਨਾਊਂਡ ਯੂਨੀਵਰਸਿਟੀਜ਼ ਵਿੱਚ ਲੈਂਦਾ ਹਾਂ, ਉਹਨੂੰ ਆਪਦੇ ਫੰਡਸ ਦਿਖਾਣੇ ਪੈਣਗੇ, ਉਹਨੂੰ ਅਸੀਂ ਅਸਿਸਟ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਉਹ ਫੰਡਸ ਅਰੇਂਜ ਕਰ ਸਕਦਾ ਹੈ, ਉਹਨੂੰ ਗੈਪ ਹੈ ਉਹਦਾ, ਤਾਂ ਉਹ ਉਹਦੇ ਹੀ ਕਿਤੇ ਹੋਏ ਕੰਮ ਤੋਂ ਕਿਸ ਤਰ੍ਹਾਂ ਗੈਪ ਨਿਕਲਣਾ ਹੈ, ਉਹਦੇ ਘਰੋਂ ਹੀ ਕਿਸ ਤਰ੍ਹਾਂ ਫੰਡਸ ਜੁੜ ਜਾਣਗੇ, ਇਹ ਸਾਰੀ ਅਸਿਸਟੈਂਸ ਦਾਂਗੇ। ਬਟ ਕੰਸਲਟੈਂਸੀ ਇਜ਼ ਟੋਟਲੀ ਫ੍ਰੀ ਆਫ ਕਾਸਟ
ਕਿ ਨਾ ਤੁਸੀਂ ਜੋ ਹੈ ਉਹ ਪਹਿਲੇ ਪੇ ਕਰਨਾ ਹੈ, ਨਾ ਤੁਸੀਂ ਕੁਝ ਬਾਅਦ ਵਿੱਚ ਪੇ ਕਰਨਾ। ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਵੇਖ ਰਹੇ ਨੇ, ਸਟੂਡੈਂਟਸ ਨੇ ਚਾਹੇ ਪੇਰੈਂਟਸ ਨੇ, ਉਹਨਾਂ ਦੇ ਸਾਰੇ ਸਵਾਲ ਜ਼ਰੂਰ ਕਲੀਅਰ ਹੋ ਰਹੇ ਹੋਣਗੇ, ਕਿਉਂਕਿ ਇਸੇ ਮਕਸਦ ਨਾਲ ਅਸੀਂ ਆਪਣਾ ਇਹ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਹਰੇਕ ਜਾਣਕਾਰੀ, ਹਰੇਕ ਅਪਡੇਟ ਟਾਈਮਲੀ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਆਪਾਂ ਅੱਜ ਆਸਟ੍ਰੇਲੀਆ ਬਾਰੇ ਡਿਟੇਲ 'ਚ ਗੱਲ ਕਰੀਏ ਕਿ ਕੈਨੇਡਾ ਬਾਰੇ ਵੀ ਹੋਰ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਸੁਣਨ ਵਿੱਚ ਆ ਰਿਹਾ ਕਿ ਸ਼ਾਇਦ ਹੁਣ ਜੋ ਕੈਨੇਡਾ ਤੋਂ ਰਿਫਿਊਜ਼ਲਸ ਆਣੇ ਵੀ ਸ਼ੁਰੂ ਹੋ ਗਏ ਨੇ, ਸਟੂਡੈਂਟਸ ਦੇ ਮਨ ਵਿੱਚ ਡਾਊਟ ਆਉਣ ਲੱਗ ਗਿਆ। जो प्रॉब्लम है, रिफ्यूजल ਦੀ ਪ੍ਰੋਬਲਮ ਬਹੁਤ ਸਾਹਮਣੇ ਔਰ ਸਿੱਧੀਆਂ ਨੇ ਜੀ। ਰਿਫਿਊਜ਼ਲਸ ਕੈਨੇਡਾ ਤਾਂ ਹੀ ਦਿੰਦਾ ਜੇ ਤੁਹਾਡੀ ਰੈਲੇਵੈਂਸੀ ਨਹੀਂ ਹੈ। ਓਕੇ ਜੀ। ਜੇ ਤੁਸੀਂ ਫੀਸ ਪੂਰੀ ਨਹੀਂ ਪੇ ਕੀਤੀ ਜਾਂ ਤੁਸੀਂ ਫੀਸ ਹਾਫ ਪੇ ਕੀਤੀ ਹੈ ਬਟ ਤੁਸੀਂ ਉਹਨੇ ਫੰਡਸ ਨਹੀਂ ਦਿਖਾ ਪਾਏ, ਫਿਰ ਜਾਂ ਤੁਸੀਂ ਜੋ ਤੁਹਾਡਾ ਪੇਇੰਗ ਕੈਪੈਸਿਟੀ ਹੈ, ਫਾਈਨੈਂਸ਼ੀਅਲ ਕੈਪੈਸਿਟੀ ਹੈ, ਉਹ ਨਹੀਂ ਹੈ ਪੂਰੀ ਜੀ, ਤੁਸੀਂ ਰਿਟਰਨਸ ਬਹੁਤ ਘੱਟ ਲਈ ਹੈ, ਤਾਂ ਇਹ 3-4 ਕ੍ਰਾਈਟੇਰੀਆ ਨੇ ਜਿਹਦੇ ਅੰਡਰ ਤੁਹਾਨੂੰ ਹਾਈ ਕਮਿਸ਼ਨ ਰਿਫਿਊਜ਼ ਕਰ ਦਿੰਦੀ ਹੈ। ਫਿਰ ਜਿਸ ਪ੍ਰੋਵਿੰਸ ਵਿੱਚ ਜਿਹੜਾ ਕੋਰਸ ਲੈ ਲਿਆ, ਉਹ ਕੋਰਸ ਦੀ ਉਸ ਪ੍ਰੋਵਿੰਸ ਦੇ ਵਿੱਚ ਅਡੈਪਟੇਬਿਲਿਟੀ, ਕਿਉਂਕਿ ਬਹੁਤ ਵਾਰ ਅਗਰ ਤੁਸੀਂ ਅਗਲੇ ਸ਼ੋਅ ਵਿੱਚ ਵੀ ਟਰਾਈਂਗ ਕਿਸੇ ਨਾ ਰਿਫਿਊਜ਼ਲ ਲੈਟਰ ਲੈ ਕੇ ਆਵਾਂਗੇ, ਡਿਟੇਲ ਡਿਸਕਸ ਕਰਾਂਗੇ ਕਿਉਂਕਿ ਜਿਨ੍ਹਾਂ ਨੇ ਅਪਲਾਈ ਕਰਨਾ, ਜਿਨ੍ਹਾਂ ਨੇ ਰੀਅਪਲਾਈ ਕਰਨਾ, ਉਹਨਾਂ ਨੂੰ ਇਹ ਸਮਝ ਆ ਸਕੇ ਕਿ ਰਿਫਿਊਜ਼ਲ ਦੇ ਵਿੱਚ ਲਿਖਿਆ ਹੋਇਆ ਹਰ ਸ਼ਬਦ ਕੀ ਕਹਿ ਰਿਹਾ ਹੈ। ਜੀ ਜੀ ਜੀ। ਤਾਂ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਇੱਕ ਲਾਈਨ ਆਉਂਦੀ ਹੈ ਜਿਹਦੇ ਵਿੱਚ ਵੀਜ਼ਾ ਅਫਸਰ ਇਹ ਲਿਖਦਾ ਹੈ ਕਿ ਮੈਂ ਇਸ ਆਇਲਸ ਬੈਂਡ ਤੇ ਔਰ ਇਸ ਪਰਸੈਂਟੇਜ ਤੇ ਜੀ ਇਸ ਕੋਰਸ ਦੇ ਵਿੱਚ ਸਕਸੈਸ ਸਹੀ ਨਹੀਂ ਸਮਝਦਾ। ਓਕੇ। ਮਤਲਬ ਸਮਝੋ ਕਿ ਉਹ ਇਹ ਕਹਿੰਦਾ ਹੈ ਕਿ ਜੋ ਕੋਰਸ ਤੁਸੀਂ ਚੂਜ਼ ਕਰ ਲਿਆ, ਇਸ ਕੋਰਸ ਦੇ ਵਿੱਚ ਇੰਨੇ ਪੜ੍ਹੇ ਹੋਏ ਬੱਚੇ ਦਾ ਔਰ ਇਸ ਆਇਲਸ ਬੈਂਡ ਦੇ ਨਾਲ ਪੜ੍ਹੇ ਹੋਏ ਬੱਚੇ ਦੀ ਕਾਮਯਾਬੀ ਨਹੀਂ ਹੈ ਐਜ਼ ਪਰ ਮਾਈ ਐਕਸਪੀਰੀਅੰਸ ਜਾਂ ਐਜ਼ ਪਰ ਮਾਈ ਨੌਲੇਜ। ਤਾਂ ਬਹੁਤ ਵਾਰੀ ਤੁਸੀਂ ਕੋਰਸ ਲੈ ਲੈਂਦੇ ਹੋ ਬਟ ਉਸ ਕੋਰਸ ਤੇ ਤੁਹਾਡੀ ਐਡੈਪਟੇਬਿਲਿਟੀ ਜਾਂ ਤੁਹਾਡੀ ਪਕੜ ਅਕੋਰਡਿੰਗ ਟੂ ਯੂਅਰ ਨੌਲੇਜ, ਅਕੋਰਡਿੰਗ ਟੂ ਯੂਅਰ ਲੈਂਗੁਏਜ ਬਿਲਕੁਲ ਸਹੀ ਮੈਚ ਕਰਦੀ, ਤਾਂ ਉਹ ਲਿਖਦੇ ਨੇ। ਜੀ 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 ਜੀ। ਜਾਂ ਫਿਰ ਬਹੁਤ ਵਾਰੀ ਤੁਸੀਂ ਮਿਸਿੰਗ ਦਿੰਦੇ ਹੋ, ਜਦੋਂ ਤੁਸੀਂ ਗੈਪ ਨਹੀਂ ਫਿਲ ਕਰ ਪਾਉਂਦੇ, ਗੈਪ ਫਿਲ ਕਰਦੇ ਹੋ ਔਰ ਉਸ ਗੈਪ ਨੂੰ ਲੈ ਕੇ ਉਹ ਸੈਟੀਸਫਾਈਡ ਨਹੀਂ ਹੁੰਦੇ, ਤਾਂ ਉਹ ਫਿਰ ਮਿਸਿੰਗ ਡਾਕੂਮੈਂਟਸ, ਮਿਸਿੰਗ ਚੀਜ਼ਾਂ ਦਾ ਜ਼ਿਕਰ ਕਰਦੇ ਆ ਜੀ। ਤੇ ਇਹੀ ਰੀਜ਼ਨ ਅਸੀਂ ਮੰਨ ਸਕਦੇ ਕਿ ਇੱਕ ਬਹੁਤ ਅੱਛੀ ਪ੍ਰੋਫਾਈਲ ਵੀ ਕਈ ਵਾਰ ਜਦ ਖਰਾਬ ਹੋ ਜਾਂਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਚੰਗੇ ਕੰਸਲਟੈਂਟ ਦੀ ਚੋਣ ਕਰੋ, ਕਿਉਂਕਿ ਕਿਸ ਪ੍ਰੋਫਾਈਲ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਹੈ, ਕਿਹੜਾ ਕੋਰਸ ਦੇਣਾ ਹੈ, ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਲਈ ਅਪਲਾਈ ਕਰਨਾ ਹੈ, ਉਸੇ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਿਹੜੇ ਕੰਸਲਟੈਂਟ ਨੂੰ ਤੁਸੀਂ ਚੁਣ ਰਹੇ ਹੋ। ਕਿਉਂਕਿ ਅਸੀਂ ਕਈ ਵਾਰੀ ਦੇਖਦੇ ਹਾਂ ਬਹੁਤ ਅੱਛੀ ਪ੍ਰੋਫਾਈਲਸ ਵੀ ਖਰਾਬ ਹੋ ਜਾਂਦੀਆਂ, ਤੇ ਉਹ ਪ੍ਰੋਫਾਈਲਸ ਜਦੋਂ ਖਰਾਬ ਹੁੰਦੀ ਹੈ ਦੁੱਖ ਬਹੁਤ ਲੱਗਦਾ। ਸਾਡੇ ਕੋਲ ਵੀ ਕਈ ਮੈਸੇजेस, ਈਮੇਲਸ ਆਉਂਦੀਆਂ, ਇਸੇ ਕਰਕੇ ਤੁਹਾਡੀ ਅਵੇਅਰਨੈਸ ਲਈ ਹੀ ਅਸੀਂ ਇਹ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਕਿ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ, ਤੁਸੀਂ ਵਾਂਝੇ ਨਾ ਰਹੋ ਅਜਿਹੀ ਜਾਣਕਾਰੀ ਤੋਂ, ਤੇ ਤੁਸੀਂ ਵੀ ਸਕਸੈਸਫੁਲੀ ਜੋ ਹੈ ਆਪਣਾ ਵੀਜ਼ਾ ਲਗਵਾ ਸਕੋ। ਤੇ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਸਟੂਡੈਂਟਸ ਕਿਹੜੀ ਗੱਲਾਂ ਦਾ ਧਿਆਨ ਰੱਖਣ, ਸਪੈਸ਼ਲੀ ਅਗਰ ਆਪਾਂ ਕੋਰਸ ਸਿਲੈਕਸ਼ਨ ਦੀ ਗੱਲ ਕਰਦੇ ਹਾਂ। ਦੇਖੋ, ਪਹਿਲੀ ਗੱਲ ਇਹ ਹੈ ਕਿ ਬਹੁਤ ਸਾਰੇ ਸਟੂਡੈਂਟਸ ਸੋਚਦੇ ਕਿ ਅਸੀਂ ਆਨਲਾਈਨ ਕੋਈ ਪੋਰਟਲ ਕਰ ਲਿਆ, ਉਸ ਤੋਂ ਅਪਲਾਈ ਕਰਾਂਗੇ ਜੀ, ਬਟ ਤੁਹਾਨੂੰ ਬਹੁਤ ਵੱਡੇ ਜਿਵੇਂ ਬਹੁਤ ਰਿਨਾਊਂਡ ਕਾਲਜਿਸ, ਬਹੁਤ ਅੱਛੇ ਕਾਲਜਿਸ ਕਿਸੇ ਵੀ ਪੋਰਟਲ ਤੇ ਨਹੀਂ ਮਿਲਦੇ ਜੀ ਜੀ ਜੀ। ਉਹ ਕਿਸੇ ਵੀ ਪੋਰਟਲ ਤੇ ਆਪਣੇ ਆਪ ਨੂੰ ਪ੍ਰਮੋਟ ਨਹੀਂ ਕਰਦੇ, ਉਹਦੇ ਅਸੀਂ ਕੁਝ ਰਜਿਸਟਰਡ ਏਜੰਟਸ ਹਾਂ, ਰਜਿਸਟਰਡ ਐਡਮਿਸ਼ਨ ਐਡਵਾਈਜ਼ਰਸ ਹਾਂ ਜੀ, ਜੋ ਉਹਨਾਂ ਦੇ ਲੈਵਲ ਤੇ ਸਿਰਫ ਐਡਮਿਸ਼ਨ ਲੈ ਸਕਦੇ ਆ। ਸੈਕਿੰਡ ਚੀਜ਼, ਇਨਟੇਕ ਨੂੰ ਲੈ ਕੇ ਕਈ ਵਾਰੀ ਬੱਚਾ ਜਿੱਦ ਕਰ ਲੈਂਦਾ, ਮੈਂ ਇਸ ਇਨਟੇਕ ਵਿੱਚ ਜਾਣਾ, ਮੈਂ ਕੋਈ ਨਹੀਂ ਕੋਰਸ ਕੋਈ ਬਿਲਕੁਲ ਬਿਲਕੁਲ, ਉਹ ਚੀਜ਼ ਉਹਨੂੰ ਬੜੀ ਪ੍ਰੋਬਲਮ ਆਉਂਦੀ। ਫਿਰ ਸੈਕਿੰਡ ਚੀਜ਼, ਬਹੁਤ ਵਾਰੀ ਬੱਚਾ ਕੈਨੇਡਾ ਫਸਟ ਟਾਈਮ ਜਾ ਕੇ ਜਾਂ ਆਸਟ੍ਰੇਲੀਆ ਫਸਟ ਟਾਈਮ ਜਾ ਕੇ ਸਾਨੂੰ ਸਾਡੇ ਸਟੱਡੀ ਵਿੱਚ 6 ਮਹੀਨੇ ਦਾ ਹੋਲਡ ਪੀਰੀਅਡ ਜਾਂ 6 ਮਹੀਨੇ ਦਾ ਅਸੀਂ ਰੈਸਟ ਲੈ ਸਕਦੇ ਜੀ, ਸਾਨੂੰ ਅਲਾਉ ਹੁੰਦਾ 2 ਸਾਲ ਦੀ ਸਟੱਡੀ ਜੀ ਜੀ ਜੀ। ਮੈਕਸਿਮਮ ਬੱਚੇ ਕੈਨੇਡਾ ਆਸਟ੍ਰੇਲੀਆ ਜਾ ਕੇ ਇਹ ਪਹਿਲੇ 6 ਮਹੀਨੇ ਅਡਾਪਟ ਕਰ ਲੈਂਦੇ ਜੀ 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 ਕਿ 6 ਮਹੀਨੇ ਤਾਂ ਲਾਓ ਹੈ, ਕਿਉਂਕਿ ਉੱਥੇ ਜਾ ਕੇ ਸੁਣਦੇ ਆ ਤਾਂ ਉਹ ਕਹਿੰਦੇ ਵੀ ਫਿਰ ਪਹਿਲੇ 6 ਮਹੀਨੇ ਲੈ ਲਈਏ, ਪਹਿਲੇ ਆਪਣੀ ਸੈਟਿੰਗ ਕਰ ਲਈਏ, ਕੰਮ ਲੱਭ ਲਈਏ, ਆਪਦੇ ਲਈ ਅਗਲੇ 6 ਮਹੀਨੇ ਦੀ ਫੀਸ ਇਕੱਠੀ ਕਰ ਲਈਏ। ਤਾਂ ਇਹਦੇ ਵਿੱਚ ਬਹੁਤ ਸਟੈਪਸ ਇਹ ਪ੍ਰੋਬਲਮ ਆਉਂਦੀ ਹੈ ਕਿ ਬੱਚਾ ਕੀ ਕਰਦਾ ਹੈ, ਉੱਥੇ ਜਾ ਕੇ ਜੋ ਹੋਲਡ ਪੀਰੀਅਡ ਹੈ 6 ਮਹੀਨੇ ਦਾ, ਉਹਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਹੈ, ਉਹ ਪਹਿਲੇ ਜਾ ਕੇ ਬਿਲਕੁਲ ਬਿਲਕੁਲ, ਤਾਂ ਉਹਦੇ ਵਿੱਚ ਉਹਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਫਿਰ ਤਾਂ ਹੀ ਉਹ ਸ਼ਿਕਾਇਤ ਕਰਦਾ ਕਿ ਮੈਂ ਪੀਆਰ ਤੱਕ ਨਹੀਂ ਪਹੁੰਚਿਆ, ਮੈਨੂੰ ਪੀਆਰ ਨਹੀਂ ਮਿਲ ਰਹੀ, ਫਿਰ ਪ੍ਰੋਵਿੰਸ ਟੂ ਪ੍ਰੋਵਿੰਸ ਭਟਕਦਾ ਹੈ ਕਿ ਜਿੱਥੇ ਈਜ਼ੀ ਮਿਲ ਜਾਏ। ਤਾਂ ਅਗਰ
ਹਮੇਸ਼ਾ ਇਹਦੀ ਇੱਕ, ਫਿਰ ਮੈਂ ਤੁਹਾਨੂੰ ਸਮਝਾਇਆ ਕਿ ਆਨਲਾਈਨ ਪੋਰਟਲ ਤੇ ਲੱਭਦਾ ਹੈ ਉਹਨੂੰ ਨਹੀਂ ਮਿਲ ਸਕਦਾ, ਕਿਉਂਕਿ ਬਹੁਤ ਸਾਰੇ ਜੋ ਰਿਨਾਊਂਡ ਕਾਲਜਿਸ ਹੈ ਆਨਲਾਈਨ ਪੋਰਟਲਸ ਤੇ ਨਹੀਂ ਹੁੰਦੇ ਜੀ। ਤਾਂ ਅਗਰ ਤੁਸੀਂ ਮੇਰੇ ਕੋਲ ਅਪਲਾਈ ਕਰਦੇ ਹੋ ਤੁਸੀਂ, ਤਾਂ ਤੁਹਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ, ਅਸੀਂ ਦੋ ਤਰ੍ਹਾਂ ਦੀ ਸਰਵਿਸਿਜ਼ ਇਸ ਸਮੇਂ ਤੁਹਾਨੂੰ ਦੇ ਰਹੇ ਹਾਂ। ਪਹਿਲੀ ਸਰਵਿਸਿਜ਼ ਤੁਸੀਂ ਸਾਡੇ ਤੋਂ ਪੈਕੇਜ ਲੈ ਸਕਦੇ ਹੋ ਕੈਨੇਡਾ, ਆਸਟ੍ਰੇਲੀਆ, US, UK ਵਿੱਚ ਜਾਂ ਯੂਰਪ ਦੇ ਵਿੱਚ, ਸਾਰੇ ਪੈਸੇ ਤੁਸੀਂ ਆਫਟਰ ਵੀਜ਼ਾ ਦੇ ਸਕਦੇ ਹੋ। ਇੱਕ ਪੈਕੇਜ, ਇੱਕ ਅਸੀਂ ਸਰਵਿਸਿਜ਼ ਦੇ ਰਹੇ ਹਾਂ ਜੀ, ਇੱਕ ਸਰਵਿਸਿਜ਼ ਅਸੀਂ ਤੁਹਾਨੂੰ ਦੇ ਰਹੇ ਹਾਂ ਜਿਹਦੇ ਵਿੱਚ ਤੁਸੀਂ ਨਾ ਤਾਂ ਅਸੀਂ ਕਿਸੇ ਤਰ੍ਹਾਂ ਦੀ ਕੰਸਲਟੈਂਸੀ ਬਿਫੋਰ ਵੀਜ਼ਾ ਚਾਰਜ ਕਰਦੇ ਹਾਂ, ਨਾ ਹੀ ਆਫਟਰ ਵੀਜ਼ਾ ਚਾਰਜ ਕਰਦੇ ਹਾਂ। ਤਾਂ ਇਹ ਦੋਨੋਂ ਸਰਵਿਸਿਜ਼ ਵਿੱਚ ਤੁਸੀਂ ਕੋਈ ਵੀ ਸਰਵਿਸ ਸਾਡੇ ਤੋਂ ਅਵੇਲ ਕਰ ਸਕਦੇ ਹੋ ਜੀ। ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਸ਼ੋਅ ਵਿੱਚ ਜਿਹੜੇ ਵੀ ਆਪਾਂ ਗੱਲਬਾਤ ਕੀਤੀ, ਜਿਹੜੀ ਚਰਚਾ ਕੀਤੀ ਹੈ, ਤੁਹਾਨੂੰ ਉਸ ਤੋਂ ਕਈ ਪੁਆਇੰਟਸ ਜੋ ਹੈ ਕਲੀਅਰ ਜ਼ਰੂਰ ਹੋ ਗਏ ਹੋਣਗੇ। ਫਿਰ ਵੀ ਅਗਰ ਕੋਈ ਡਾਊਟ ਰਹਿ ਗਿਆ ਹੈ, ਕੋਈ ਸਵਾਲ ਰਹਿ ਗਿਆ, ਤਾਂ ਸਕਰੀਨ ਤੇ ਲਗਾਤਾਰ ਨੰਬਰ ਜੋ ਡਿਸਪਲੇ ਹੋ ਰਿਹਾ ਹੈ, ਸ਼ੋਅ ਤੋਂ ਬਾਅਦ ਵੀ ਇਹਨਾਂ ਨੰਬਰ ਦੇ ਉੱਪਰ ਹੀ ਤੁਸੀਂ ਕਾਲ ਕਰਕੇ ਆਪਣੇ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸੈਟਲਿੰਗ ਅਬਰੋਡ ਸਰਵਿਸਿਜ਼ ਦੇ ਆਫਿਸ ਆ ਸਕਦੇ ਹੋ, ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਸੋ ਇੱਥੇ ਵਿਜ਼ਿਟ ਕਰਕੇ ਆਪਣੇ ਡਾਕੂਮੈਂਟਸ ਲੈ ਕੇ ਆਓਗੇ ਤਾਂ ਅਸੈਸਮੈਂਟ ਕਰਵਾ ਕੇ ਸਹੀ ਗਾਈਡੈਂਸ ਲੈ ਸਕਦੇ ਹੋ, ਤਾਂ ਕਿ ਤੁਸੀਂ ਵੀ ਆਪਣੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦੇ ਲਈ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਉਂਦੇ ਹਾਂ ਜੀ ਉਹਨਾਂ ਸਾਰੇ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਸੈਟਲਿੰਗ ਅਬਰੋਡ ਸਰਵਿਸਿਜ਼ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ, ਇਹਨਾਂ ਦੀ ਗਾਈਡੈਂਸ ਦੇ ਨਾਲ ਅੱਗੇ ਵਧੇ ਤੇ ਉਹਨਾਂ ਦੇ ਵੀਜ਼ਾਸ ਲੱਗੇ ਨੇ, ਉਹਨਾਂ ਦੇ ਹੱਥ ਵਿੱਚ ਨੇ, ਕਿਵੇਂ ਦਾ ਰਿਹਾ ਉਹਨਾਂ ਦਾ ਐਕਸਪੀਰੀਅੰਸ, ਜਾਣਦੇ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਵੀਜ਼ਾ ਗਰੁੱਪ ਤੋਂ ਅੱਜ ਫਿਰ ਇੱਕ ਸਕਸੈਸਫੁਲ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸੁਖਵਿੰਦਰ ਕੌਰ ਨੇ। ਬਹੁਤ ਅੱਛੀ ਤੁਸੀਂ ਕਹਿ ਸਕਦੇ ਹੋ ਸਟੋਰੀ ਹੈ। ਉਹਦਾ ਕਾਰਨ ਕੀ ਹੈ ਕਿ ਇਹ ਸਾਈਪਰਸ ਗਏ ਸੀ ਪੜ੍ਹਨ ਵਾਸਤੇ। 2018 ਵਿੱਚ ਇਹ ਵਾਪਸ ਆਉਂਦੇ ਆ। ਸਾਈਪਰਸ ਕਿਸੇ ਕਾਰਨਵਸ਼ ਇਹਨਾਂ ਦੀ ਸੈਟਲਮੈਂਟ ਨਹੀਂ ਹੋ ਪਾਉਂਦੀ। ਉਸ ਤੋਂ ਬਾਅਦ 3 ਸਾਲ ਦਾ ਗੈਪ ਹੁੰਦਾ ਹੈ। ਫਿਰ ਇਹ ਸਾਡੀ ਕਿਸੇ ਵੀ ਮਾਧਿਅਮ ਥਰੂ ਐਡਵਰਟਾਈਜ਼ਮੈਂਟ ਦੇਖਦੇ ਆ ਔਰ UK ਵੀ ਅਪਲਾਈ ਕਰਦੇ ਆ। ਤਾਂ ਅੱਜ ਮੈਂ ਬਹੁਤ ਖੁਸ਼ ਹਾਂ ਕਿ ਇਹਨਾਂ ਦਾ UK ਦਾ ਵੀਜ਼ਾ ਜੋ ਹੈ ਲੱਗਿਆ। ਔਰ ਮੈਂ ਇਹਨਾਂ ਨੂੰ ਵਾਰ-ਵਾਰ ਇਹ ਦੱਸਣਾ ਚਾਹੁੰਦਾ, ਇਹ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਨਗੇ। ਤੁਸੀਂ ਕੌਣ ਹੋ, ਤੁਹਾਡਾ ਐਕਸਪੀਰੀਅੰਸ ਕਿਹਦਾ ਰਿਹਾ? ਹਾਂਜੀ, ਮੇਰਾ ਨਾਮ ਸੁਖਵਿੰਦਰ ਕੌਰ ਹੈ ਤੇ ਮੇਰਾ ਐਕਸਪੀਰੀਅੰਸ ਮੈਨੂੰ 3 ਮੰਥ ਹੋ ਗਏ ਤੇ ਫਾਈਲ ਲਗਾਈ ਨੂੰ ਤੇ ਮੈਨੂੰ ਮੇਰਾ ਵੀਜ਼ਾ ਜਲਦੀ ਹੀ ਮਿਲ ਗਿਆ। ਚਲੋ, ਔਰ ਦੂਜੀ ਚੀਜ਼ ਇਹ ਹੈ ਕਿ ਅਗਰ ਤੁਸੀਂ ਵੀ ਕਿਸੇ ਕੰਟਰੀ ਤੋਂ ਵਾਪਸ ਆ ਚੁੱਕੇ ਹੋ ਜਾਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੋ ਔਰ ਉੱਥੇ ਸੈਟਲਮੈਂਟ ਨਹੀਂ ਕਰ ਪਾ ਰਹੇ, ਤਾਂ ਤੁਸੀਂ ਦਿੱਤੇ ਗਏ ਨੰਬਰਸ ਤੇ ਕਾਲ ਕਰ ਸਕਦੇ ਹੋ। ਅਸੀਂ ਜ਼ਿੰਮੇਵਾਰੀ ਲਾਂਗੇ ਕਿ ਤੁਸੀਂ ਕੰਟਰੀ ਚੇਂਜ ਕਰ ਸਕਦੇ ਹੋ ਔਰ ਤੁਸੀਂ ਖਾਸ ਕਰ ਸਾਡੇ ਦੁਆਰਾ ਦਿੱਤੇ ਗਏ ਪੈਕੇजेस ਵੀ ਅਵੇਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਵੀਜ਼ਾ ਗੁਰੂ ਤੋਂ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਸਟੋਰੀ ਸਾਂਝੀ ਕਰਾਂਗੇ। ਅਕਸ਼ੈ ਰਾਣਾ ਮੇਰੇ ਨਾਲ ਨੇ। ਬਹੁਤ ਵਾਰੀ ਮਨ ਵਿੱਚ ਸਵਾਲ ਹੁੰਦਾ, ਮੈਂ 2014 ਪਾਸ ਆਊਟ ਆ, ਮੈਂ 15 ਪਾਸ ਆਊਟ ਆ, ਕੀ ਮੈਂ ਕੈਨੇਡਾ ਜਾ ਸਕਦਾ? ਬਿਲਕੁਲ, ਅਕਸ਼ੈ 2014 ਪਾਸ ਆਊਟ ਨੇ। ਉਸ ਤੋਂ ਬਾਅਦ ਇਹ ਗੁੜਗਾਵਾਂ ਦੇ ਵਿੱਚ ਕੰਮ ਕਰ ਰਹੇ ਸੀ ਆਪਣੀ ਫੀਲਡ ਦੇ ਰੈਲੇਵੈਂਸ। ਇਹਨਾਂ ਨੇ ਕੈਨੇਡਾ ਲਈ ਅਪਲਾਈ ਕੀਤਾ ਔਰ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਇਹਨਾਂ ਨੂੰ ਕੈਨੇਡਾ ਦਾ ਵੀਜ਼ਾ ਜੋ ਹੈ ਉਹ ਦੇ ਰਿਹਾ 4 ਜਨਵਰੀ ਇਨਟੇਕ। ਤਾਂ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਕੈਨੇਡਾ ਲਈ ਤੁਹਾਡਾ ਕੀ ਐਕਸਪੀਰੀਅੰਸ ਹੈ? ਕਿਵੇਂ ਤੁਸੀਂ ਸੋਚਿਆ कि मैं कनाडा जाना है और ਸਾਡੇ ਨਾਲ ਕੀ एक्सपीरियंस है? एक्चुअली सर प्लान तो काफ़ी टाइम से कर रहा था। मैं बहुत सारे कंसल्टेंट्स ने बात भी करी। सो एकदम सडनली मैंने आपका नेट पे चेक करा, तो उसके बाद फिर मैंने आपसे टीम से बात करी, दैन मैंने सर से बात करी, स्वास्थ्य से बात करी, फिर उनसे मेरे को थोड़ा सा कॉन्फिडेंस आया कि मेरा वीज़ा लग सकता है। बिल्कुल। तो मैं जो भी आपका जो स्टाफ था उसने मुझे गाइड किया और मेरे को एक सही गाइडेंस दी, उनके अकॉर्डिंग सारे डॉक्यूमेंट्स, और फाइनली नाउ आई हैव माय वीज़ा। और जो बाकी आपने कंसल्टेंट से पूछा तो उन्होंने क्या कहा आपको? एक्चुअली उन्होंने मुझे मिसगाइड किया। मैं नाम नहीं लेना चाहूँगा, पर मिसगाइड किया। एक्चुअली वो मुझे कहते हैं कि आपका जो कॉलेज है आपको पब्लिक कॉलेज नहीं मिल सकता है। ठीक है। आपका इतना सारा गैप है तो आपको प्राइवेट में जाना पड़ेगा जो PSW एलिजिबल नहीं है। नहीं है, ओके। तो जैसे मेरी बात हुई तो मेरा पहला क्वेश्चन यही पुट अप करा था कि क्या मुझे पब्लिक कॉलेज मिल सकता है? बिल्कुल। तो देन आपकी टीम ने कहा यस, तो हमने पब्लिक कॉलेज दिलाया जी। ये सब कुछ टाई-अप्स पे बहुत ज्यादा असर करता है, क्योंकि अगर आपके डायरेक्ट टाई-अप्स हैं तभी आप किसी स्टूडेंट को कोई कॉलेज दे सकते हो। जे थोड़े डायरेक्ट टाई-अप नहीं है तो तुसी कोई कॉलेज नहीं दे सकते। ਅਕਸ਼ੈ ਨੂੰ ਮੈਂ ਪ੍ਰਾਰਥਨਾ ਕਰਦਾ ਕਿ ਉੱਥੇ ਜਾ ਕੇ ਸਕਸੈਸ ਹੋਵੇ, ਵਾਹਿਗੁਰੂ ਇਹਨੂੰ ਇਹਦੀ ਫੈਮਿਲੀ ਨੂੰ ਉੱਥੇ ਬਹੁਤ ਅੱਛੀ ਤਰ੍ਹਾਂ ਸੈਟਲ ਕਰਨ, ਇਸੇ ਤਰ੍ਹਾਂ ਇਹ ਵਰਕ ਪਰਮਿਟ ਔਰ PR ਤੱਕ ਪਹੁੰਚੇ। ਅਗਰ ਤੁਸੀਂ ਵੀ ਗੈਪ ਹੈ ਔਰ ਇਸ ਪ੍ਰੋਬਲਮ ਨਾਲ, ਔਰ ਦੂਜੀ ਇੱਕ ਖਾਸ ਗੱਲ ਸੀ ਇਹਦਾ ਗੈਪ ਸੀ, ਗੈਪ ਦੀ ਵੈਰੀਫਿਕੇਸ਼ਨ ਵੀ ਕੀਤੀ ਐਮਬੈਸੀ ਨੇ।
ਤਾਂ ਪਲੀਜ਼ ਜੋ ਡਾਕੂਮੈਂਟ ਹੈ ਉਹ ਬਿਲਕੁਲ ਸਹੀ ਹੋਣਾ ਚਾਹੀਦਾ, ਚਾਹੇ ਉਹ ਲੋਕਲ ਤੋਂ ਕਰ ਰਹੇ ਹੋ ਜਾਂ ਕਿੱਥੋਂ ਵੀ ਤੁਸੀਂ ਕਰ ਰਹੇ ਹੋ। ਤੁਹਾਡਾ ਡਾਕੂਮੈਂਟ ਅਗਰ ਓਰੀਜਨਲ ਹੈ ਤਾਂ ਫਿਰ ਤੁਹਾਡੇ ਵੀਜ਼ਾ ਨੂੰ ਕੋਈ ਨਹੀਂ ਰੋਕ ਸਕਦਾ। ਪਰ ਕਾਲਜ ਯਾਨੀ ਤੁਹਾਡਾ ਐਜੂਕੇਸ਼ਨ ਪ੍ਰੋਵਾਈਡਰ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ। ਪਬਲਿਕ ਕਾਲਜ ਮਿਲਿਆ ਕਿਉਂਕਿ ਗੁੜਗਾਵਾਂ ਕੰਮ ਕਰਦੇ ਸੀ, ਬਹੁਤ ਨੌਲੇਜ ਸੀਗੀ, ਤਾਂ ਪਬਲਿਕ ਕਾਲਜ ਦੀ ਡਿਮਾਂਡ ਸੀ, ਉਹ ਲੈ ਕੇ ਦਿੱਤਾ ਕਿਉਂਕਿ ਬਹੁਤ ਸਾਰੇ ਕੰਸਲਟੈਂਟ ਨੇ ਇਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਗੈਪ ਬਹੁਤ ਹੈ, ਪਬਲਿਕ ਕਾਲਜ ਨਹੀਂ ਮਿਲੇਗਾ। ਪਰ ਐਸਾ ਨਹੀਂ ਹੈ। ਅਗਰ ਤੁਸੀਂ ਪੜ੍ਹਨ ਦੀ ਕੋਈ ਉਮਰ ਨਹੀਂ ਹੈ, ਅਗਰ ਪੜ੍ਹਨ ਲਈ ਤੁਸੀਂ ਐਕਚੁਅਲੀ ਜੈਨੂਇਨ ਸਟੂਡੈਂਟ ਹੋ ਤਾਂ ਵੀਜ਼ਾ ਐਮਬੈਸੀ ਜ਼ਰੂਰ ਦਿੰਦੀ ਹੈ। ਸਤਿ ਸ਼੍ਰੀ ਅਕਾਲ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦੇ ਇਜਾਜ਼ਤ। ਧੰਨਵਾਦ।